ਮਸੀਹ ਯੀਸ਼ੂ ਵਿੱਚ ਤੁਹਾਨੂੰ ਸਾਰਿਆਂ ਨੂੰ ਨਮਸਕਾਰ। ਮੈਂ ਆਸ਼ਾ ਰੱਖਦਾ ਹਾਂ ਕਿ ਤੁਸੀਂ ਜੋ ਪ੍ਰਭੂ ਨੂੰ ਕਬੂਲ ਕਰ ਲਿਆ ਹੈ ਔਰ ਆਪਣੇ ਜੀਵਨ ਦੇ ਵਿੱਚ ਜੋ ਮੁੱਖ ਆਦਤਾਂ ਹੈ ਜੋ ਲੈ ਕੇ ਆਉਣਾ ਹੈ ਉਸ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ। ਤੁਹਾਨੂੰ ਯਾਦ ਦਿਲਾਉਣ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਹਿਲੀ ਆਦਤ ਪ੍ਰਾਰਥਨਾ ਦੇ ਬਾਰੇ ਅਸੀਂ ਵੇਖਿਆ। ਦੂਜਾ ਬਾਈਬਲ ਦੇ ਨਾਲ ਕਿਵੇਂ ਸਾਨੂੰ ਸਮਾਂ ਬਿਤਾਉਣਾ ਹੈ ਉਹਦੇ ਬਾਰੇ ਅਸੀਂ ਵੇਖ ਚੁੱਕੇ ਹਾਂ। ਤੀਜਾ ਜੋ ਐਤਵਾਰ ਦੀ ਸੰਗਤੀ ਦੇ ਵਿੱਚ ਆਉਣ ਦਾ ਮਹੱਤਵ ਉਸ ਦੇ ਬਾਰੇ ਅਸੀਂ ਵੇਖਿਆ। ਚੌਥਾ ਕਿਵੇਂ ਪ੍ਰਭੂ ਯੀਸ਼ੂ ਮਸੀਹ ਦੇ ਸ਼ੁਭ ਸਮਾਚਾਰ ਨੂੰ ਬਾਕੀਆਂ ਦੇ ਨਾਲ ਵੰਡਣਾ ਹੈ ਉਸ ਦੇ ਬਾਰੇ ਅਸੀਂ ਵੇਖ ਚੁੱਕੇ ਹਾਂ। ਕਿਰਪਾ ਕਰਕੇ ਇਨ ਆਦਤਾਂ ਇਨ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਇੱਕ ਆਦਤ ਦੇ ਤੌਰ ਤੇ ਜ਼ਰੂਰ ਲੈ ਕੇ ਆਣਾ, ਕਿਉਂਕਿ ਇਹ ਤੁਹਾਡੇ ਜੀਵਨ ਦੇ ਬੜੋਤਰੀ ਦੇ ਲਈ ਬਹੁਤ ਹੀ ਜ਼ਰੂਰੀ ਹੈ। ਤੇ ਅੱਜ ਪੰਜਵੇਂ ਆਦਤ ਦੇ ਬਾਰੇ ਮੈਂ ਤੁਹਾਡਾ ਧਿਆਨ ਲੈ ਕੇ ਜਾਣਾ ਚਾਹਾਂਗਾ ਔਰ ਉਹ ਹੈ ਆਨੰਦਿਤ ਤਰੀਕੇ ਨਾਲ ਦੇਣਾ। ਹੁਣ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਵੇਖੀਏ ਤਾਂ ਪਰਮੇਸ਼ਵਰ ਨੇ ਸਗੋਂ ਸਾਨੂੰ ਆਰਥਿਕ ਤੌਰ ਤੇ ਆਸ਼ੀਸ਼ ਦਿੱਤੀ ਹੈ। ਪਰਮੇਸ਼ਵਰ ਨੇ ਸਾਡੀ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਔਰ ਪਰਮੇਸ਼ਵਰ ਚਾਹੁੰਦਾ ਹੈ ਕਿ ਇਸ ਦੇ ਦੁਆਰਾ ਅਸੀਂ ਪਰਮੇਸ਼ਵਰ ਨੂੰ ਵਾਪਸ ਦੇਣ ਵਾਲੇ ਰਹੇ। ਇਸ ਤੋਂ ਪਹਿਲਾਂ ਕਿ ਅੱਗੇ ਮੈਂ ਇਸ ਦੇ ਬਾਰੇ ਮੈਂ ਹੋਰ ਦੱਸਾਂ, ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰਨਾ ਚਾਹਾਂਗਾ ਕਿ ਇਹ ਨਹੀਂ ਹੈ ਕਿ ਪਰਮੇਸ਼ਵਰ ਨੂੰ ਲੋੜ ਹੈ ਸਾਡੇ ਪੈਸਿਆਂ ਦੀ, ਪਰ ਪਰਮੇਸ਼ਵਰ ਨੇ ਸਾਨੂੰ ਦੇਣ ਦੇ ਬਾਰੇ ਆਖਿਆ ਹੈ ਔਰ ਅਸੀਂ ਇਹ ਵੇਖਣ ਵਾਲੇ ਹਾਂ ਕਿ ਕਿਉਂ ਸਾਨੂੰ ਦੇਣਾ ਚਾਹੀਦਾ ਹੈ ਔਰ ਕਿਸ ਮਨੋਵ੍ਰਿੱਤੀ ਦੇ ਨਾਲ ਸਾਨੂੰ ਦੇਣਾ ਚਾਹੀਦਾ ਹੈ। ਤਾਂ ਚਲੋ ਅਸੀਂ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਅਸੀਂ ਇਹ ਵੇਖਾਂਗੇ ਕਿ ਸਾਨੂੰ ਕਿਉਂ ਦੇਣਾ ਚਾਹੀਦਾ ਹੈ। ਤਾਂ ਸਭ ਤੋਂ ਪਹਿਲਾ ਕਾਰਨ ਹੈ ਪਰਮੇਸ਼ਵਰ ਨੇ ਹੁਕਮ ਦਿੱਤਾ ਹੈ, ਇਸ ਕਰਕੇ ਸਾਨੂੰ ਦੇਣਾ ਚਾਹੀਦਾ ਹੈ। ਲੂਕਾ ਦੀ ਇੰਜੀਲ ਉਸ ਦੇ 6:38 ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਦੋ ਤਾਂ ਤੁਹਾਨੂੰ ਦਿੱਤਾ ਜਾਏਗਾ। ਪ੍ਰਭੂ ਇੱਥੇ ਇੱਕ ਸਲਾਹ ਨਹੀਂ ਦੇ ਰਿਹਾ ਪਰ ਇੱਕ ਹੁਕਮ ਦੇ ਰਿਹਾ ਕਿ ਦੋ ਤਾਂ ਤੁਹਾਨੂੰ ਦਿੱਤਾ ਜਾਏਗਾ। ਇਸ ਕਰਕੇ ਸਾਨੂੰ ਦੇਣਾ ਚਾਹੀਦਾ ਹੈ। ਦੂਜਾ ਕਾਰਨ ਕਿਉਂ ਸਾਨੂੰ ਦੇਣਾ ਚਾਹੀਦਾ ਹੈ, ਕਿਉਂਕਿ ਸਾਡਾ ਦੇਣਾ ਪਰਮੇਸ਼ਵਰ ਦੇ ਦਿਲ ਨੂੰ ਪ੍ਰਦਰਸ਼ਿਤ ਕਰਦਾ ਹੈ। ਯਹੋਨਾ ਦੀ ਇੰਜੀਲ ਉਸ ਦੇ 3 ਅਧਿਆਇ ਦੇ 16ਵੇਂ ਆਇਤ ਦੇ ਵਿੱਚ ਬਾਈਬਲ ਇਸ ਤਰ੍ਹਾਂ ਕਹਿੰਦੇ ਹੈ, ਕਿਉਂਕਿ ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ, ਉਸਨੇ ਆਪਣੇ ਇਕਲੌਤੇ ਪੁੱਤਰ ਨੂੰ ਬਖਸ਼ ਦਿੱਤਾ, ਜਾਂ ਦੂਜੇ ਸ਼ਬਦਾਂ ਦੇ ਵਿੱਚ ਆਪਣੇ ਇਕਲੌਤੇ ਪੁੱਤਰ ਨੂੰ ਦੇ ਦਿੱਤਾ। ਦੇਣਾ ਪਰਮੇਸ਼ਵਰ ਦੇ ਸੁਭਾਅ ਦਾ ਇੱਕ ਹਿੱਸਾ ਹੈ ਜੋ ਪਰਮੇਸ਼ਵਰ ਦੇ ਨਾਲ ਜੁੜਿਆ ਹੋਇਆ ਹੈ। ਤੇ ਤੁਸੀਂ ਅਤੇ ਮੈਂ ਪਰਮੇਸ਼ਵਰ ਦੇ ਸੰਤਾਨ ਹੁੰਦੇ ਹੋਏ ਲੋੜ ਇਹ ਹੈ ਕਿ ਅਸੀਂ ਆਪਣੇ ਪਰਮੇਸ਼ਵਰ ਦੇ ਹਿਰਦੇ ਨੂੰ, ਆਪਣੇ ਪਰਮੇਸ਼ਵਰ ਦੇ ਦਿਲ ਨੂੰ ਪ੍ਰਦਰਸ਼ਿਤ ਕਰਨੇ ਵਾਲੇ ਬਣ ਸਕੀਏ ਤੇ ਦਿਖਾ ਸਕੀਏ ਸੱਚਮੁੱਚ ਪਰਮੇਸ਼ਵਰ ਮੇਰਾ ਪਿਤਾ ਹੈ ਤੇ ਮੈਂ ਉਸ ਦਾ ਸੰਤਾਨ ਹਾਂ। ਤੀਜਾ ਕਾਰਨ ਕਿਉਂ ਸਾਨੂੰ ਦੇਣਾ ਚਾਹੀਦਾ ਹੈ ਉਹ ਇਸ ਕਰਕੇ ਕਿਉਂਕਿ ਸਾਡੇ ਦੇਣ ਦੇ ਦੁਆਰਾ ਅਸੀਂ ਇਹੀ ਅੰਗੀਕਾਰ ਕਰ ਰਹੇ ਹਾਂ ਕਿ ਜੋ ਕੁਝ ਮੇਰੇ ਕੋਲ ਹੈ ਉਹ ਪਰਮੇਸ਼ਵਰ ਦਾ ਦਿੱਤਾ ਹੋਇਆ ਹੈ। ਮੇਰਾ ਦੇਣਾ ਯਹੀ ਦੱਸਦਾ ਹੈ ਬਾਕੀਆਂ ਨੂੰ ਵੀ ਕਿ ਮੈਨੂੰ ਪਰਮੇਸ਼ਵਰ ਨੇ ਦਿੱਤਾ ਹੈ। ਮੈਂ ਪਰਮੇਸ਼ਵਰ ਦੇ ਪ੍ਰਤੀ ਆਭਾਰੀ ਹੋकर ਮੈਂ ਪ੍ਰਭੂ ਦੇ ਕੰਮ ਦੇ ਲਈ ਦੇਣਾ ਚਾਹਾਂਗਾ। ਚੌਥਾ ਅਸੀਂ ਵੇਖਦੇ ਹਾਂ ਕਿ ਜਦ ਅਸੀਂ ਦਿੰਦੇ ਹਾਂ ਉਹੀ ਦੇਣਾ ਸਾਨੂੰ ਪੈਸੇ ਦੇ ਗੁਲਾਮੀ ਤੋਂ ਆਜ਼ਾਦ ਕਰਦਾ ਹੈ। ਆਮ ਅਸੀਂ ਵੇਖੀਏ ਇਨਸਾਨ ਦਾ ਸੁਭਾਅ ਦੇਣ ਦਾ ਨਹੀਂ ਹੁੰਦਾ ਹੈ, ਲੈਣਾ ਇਕੱਠਾ ਕਰਨਾ ਇਨਸਾਨ ਦਾ ਸੁਭਾਅ ਹੁੰਦਾ ਹੈ। ਪਰ ਜਦ ਮੈਂ ਦਿੰਦਾ ਹਾਂ ਮੈਂ ਇਹ ਧਿਆਨ ਰੱਖਦਾ ਹਾਂ ਕਿ ਮੇਰੇ ਜੀਵਨ ਦੇ ਵਿੱਚ ਮੈਂ ਪੈਸੇ ਦਾ ਗੁਲਾਮ ਨਹੀਂ ਰਹਿਣਾ ਚਾਹੁੰਦਾ ਹਾਂ, ਪਰ ਮੈਂ ਪੈਸੇ ਨੂੰ ਆਪਣਾ ਗੁਲਾਮ ਬਣਾ ਕਰ ਚੱਲਣਾ ਚਾਹੁੰਦਾ ਹਾਂ। ਬਹੁਤ ਜ਼ਰੂਰੀ ਹੈ ਇਹ ਗੱਲ ਕਿ ਅਸੀਂ ਕਦੇ ਵੀ ਪੈਸੇ ਦੇ ਗੁਲਾਮ ਨਾ ਰਹੀਏ। ਪੰਜਵਾਂ ਕਾਰਨ ਕਿਉਂ,
ਸਾਡੇ ਦੇਣ ਦੇ ਦੁਆਰਾ ਪਰਮੇਸ਼ਵਰ ਦੇ ਰਾਜ ਦੀ ਬੜੋਤਰੀ ਹੁੰਦੀ ਹੈ। ਪ੍ਰਭੂ ਦੇ ਕੰਮ ਦੇ ਵਿੱਚ ਕਈ ਜ਼ਰੂਰਤਾਂ ਹੈ। ਹੁਣ ਅਸੀਂ ਵੇਖੀਏ ਪ੍ਰਭੂ ਦੇ ਭਵਨ ਦੇ ਵਿੱਚ ਆकर ਪ੍ਰਭੂ ਦੀ ਸਤੁਤੀ ਆਰਾਧਨਾ ਕਰ ਰਹੇ ਹਾਂ। ਭਵਨ ਕਿਵੇਂ ਬਣਿਆ? ਪਰ ਲੋਕਾਂ ਦੇ ਦੇਣ ਦੇ ਦੁਆਰਾ। ਕੁਰਸੀਆਂ ਦਾ ਪ੍ਰਬੰਧ ਹੈ, ਕਿਵੇਂ ਆਇਆ? ਵਿਸ਼ਵਾਸੀਆਂ ਦੇ ਦੇਣ ਦੇ ਦੁਆਰਾ। ਸਾਜ ਦੇ ਨਾਲ ਅਸੀਂ ਪ੍ਰਭੂ ਦੀ ਸਤੁਤੀ ਆਰਾਧਨਾ ਕਰਦੇ ਹਾਂ, ਕਿਵੇਂ ਉਹ ਆਇਆ? ਪੈਸੇ ਇਕੱਠੇ ਕਰਨ ਦੇ ਦੁਆਰਾ। ਇਹ ਸਾਰੀ ਚੀਜ਼ਾਂ ਹੈ ਜਿਸ ਦੇ ਲਈ ਪੈਸੇ ਦੀ ਲੋੜ ਪੈਂਦੀ। ਹੋਰ ਵੀ ਕਈ ਚੀਜ਼ਾਂ ਹੈ ਜਿਸ ਕਰਕੇ ਪੈਸੇ ਦੀ ਲੋੜ ਪੈਂਦੀ ਹੈ। ਔਰ ਪ੍ਰਭੂ ਦੇ ਸ਼ੁਭ ਸੰਦੇਸ਼ ਨੂੰ ਪਹੁੰਚਾਉਣ ਲਈ ਅਸੀਂ ਸਗੋਂ ਆਪਣੇ ਹੱਥ ਦੇ ਵਿੱਚ ਇਹ ਬਾਈਬਲ ਵੀ ਵੇਖਦੇ ਹਾਂ। ਇਸ ਦੀ ਕੀਮਤ ਵੇਖੀਏ ਤਾਂ ਬਹੁਤ ਜ਼ਿਆਦਾ ਹੈ, ਪਰ ਸਾਨੂੰ ਬਹੁਤ ਹੀ ਘੱਟ ਕੀਮਤ ਦੇ ਵਿੱਚ ਮਿਲਦਾ ਹੈ ਤੇ ਉਸ ਦੇ ਲਈ ਪੈਸੇ ਖਰਚ ਹੁੰਦੇ ਹਨ। ਤਾਂ ਦੇਣਾ ਕਿ ਪਰਮੇਸ਼ਵਰ ਦੇ ਰਾਜ ਦੇ ਬੜੋਤਰੀ ਦੇ ਲਈ ਇੱਕ ਮੁੱਖ ਹਿੱਸਾ ਹੈ। ਇਹਦੇ ਨਾਲ ਹੋਰ ਵੀ ਕਈ ਕਾਰਨ ਅਸੀਂ ਜੋੜ ਸਕਦੇ ਹਾਂ, ਪਰ ਮੈਂ ਆਸ਼ਾ ਰੱਖਦਾ ਹਾਂ ਕਿ ਇਹ ਕੁਝ ਕਾਰਨ ਦੇ ਦੁਆਰਾ ਤੁਹਾਨੂੰ ਸਮਝ ਆਵੇਗਾ ਕਿ ਕਿਉਂ ਪ੍ਰਭੂ ਨੇ ਕਿਹਾ ਕਿ ਅਸੀਂ ਦੇਣਾ ਹੈ। ਹੁਣ ਦੇਣਾ ਵੀ ਧਿਆਨ ਰੱਖਣਾ ਹੈ ਕਿ ਇੱਕ ਸਹੀ ਮਨੋਵ੍ਰਿत्ति ਦੇ ਨਾਲ ਦੇਣਾ ਬਹੁਤ ਜ਼ਰੂਰੀ ਹੈ। ਜੇਕਰ ਇੱਕ ਸਹੀ ਮਨੋਵ੍ਰਿत्ति ਨਾ ਰਹੇ तो वो भी फिर बिल्कुल ठीक नहीं रहता। तो किस तरह ਦੇ ਮਨੋਵ੍ਰਿत्ति ਦੇ ਨਾਲ ਸਾਨੂੰ ਦੇਣਾ ਚਾਹੀਦਾ ਹੈ, ਮੈਂ ਥੋੜਾ ਜਿਹਾ ਉਸ ਦੇ ਬਾਰੇ ਤੁਹਾਡੇ ਨਾਲ ਵੰਡਣਾ ਚਾਹਾਂਗਾ। ਸਭ ਤੋਂ ਪਹਿਲਾਂ ਅਸੀਂ ਆਪਣਾ ਪਹਿਲਾ ਫਲ ਦੇ। ਕਹਿਣ ਦਾ ਇਹ ਮਤਲਬ ਹੈ ਕਿ ਅਸੀਂ ਤਨਖਾਹ ਹੈ ਜਾਂ ਆਪਣੇ ਬਿਜ਼ਨਸ ਦਾ ਪ੍ਰੋਫਿਟ ਹੈ ਜਾਂ ਸਾਨੂੰ ਕੋਈ ਤੋਹਫੇ ਦੇ ਤੌਰ ਤੇ ਦਿੰਦਾ ਹੈ, तो ਸਭ ਤੋਂ ਪਹਿਲਾਂ ਅਸੀਂ ਪਰਮੇਸ਼ਵਰ ਦੇ ਲਈ ਵੱਖਰਾ ਕਰੀਏ। ਬਾਈਬਲ ਸਗੋਂ ਦਸ਼ਵਾਂਸ਼ ਆਪਣੀ ਕਮਾਈ ਦਾ 10ਵਾਂ ਹਿੱਸਾ ਦੇਣ ਦੇ ਬਾਰੇ ਪ੍ਰਭੂ ਹੁਕਮ ਦਿੰਦਾ ਹੈ ਤੇ ਕਹਿੰਦਾ ਹੈ ਕਿ ਉਹ 10ਵਾਂ ਹਿੱਸਾ ਸਾਡਾ ਨਹੀਂ ਪਰਮੇਸ਼ਵਰ ਦਾ ਹੈ। ਹੁਣ ਉਹ ਸਭ ਤੋਂ ਪਹਿਲਾਂ ਅਸੀਂ ਕੱਢੀਏ। ਆਮ ਜੋ ਸੁਭਾਅ ਜਾਂ ਇੱਕ ਆਦਤ ਕਹਿ ਲਓ ਜਾਂ ਇੱਕ ਸੋਚ ਕਹਿ ਲਓ, ਉਹ ਇਹ ਹੁੰਦਾ ਹੈ ਜੋ ਕੁਝ ਬਚ ਜਾਂਦਾ ਹੈ ਉਹਦੇ ਵਿੱਚੋਂ ਕੁਝ ਦੇ ਤਾਂ ਠੀਕ ਹੈ, ਪਰ ਨਹੀਂ, ਉਹ ਬਿਲਕੁਲ ਹੀ ਗਲਤ ਤਰੀਕਾ ਹੈ। ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਲਈ ਅਸੀਂ ਕੱਢਣਾ ਬਹੁਤ ਜ਼ਰੂਰੀ ਹੈ। ਦੂਜਾ ਹੈ ਆਨੰਦਿਤ ਤਰੀਕੇ ਨਾਲ ਦੇਣਾ। ਸਾਡਾ ਅੱਜ ਦੇ ਵਿਸ਼ੇ ਹੀ ਹੈ ਆਨੰਦਿਤ ਤੌਰ ਤੇ ਦੇਣਾ। ਤੋ ਪ੍ਰਭੂ ਦਾ ਵਚਨ ਆਖਦਾ ਹੈ ਕਿ ਜੋ ਕੁਝ ਖੁਸ਼ੀ ਦੇ ਨਾਲ ਆਨੰਦਿਤ ਤੌਰ ਤੇ ਦਿੰਦਾ ਪਰਮੇਸ਼ਵਰ ਉਸ ਨੂੰ ਪਿਆਰ ਕਰਦਾ ਹੈ। ਪ੍ਰਭੂ ਕਦੇ ਵੀ ਉਸ ਵਿਅਕਤੀ ਨੂੰ ਨਹੀਂ ਪਸੰਦ ਕਰਦਾ ਜੋ ਬੁੜ-ਬੁੜਾ ਕਰ ਸ਼ਿਕਾਇਤ ਕਰਕੇ ਦਿੰਦਾ ਹੈ। ਸਗੋਂ ਉਸ ਤਰੀਕੇ ਨਾਲ ਦੇਣਾ, ਸਗੋਂ ਪ੍ਰਭੂ ਦੇ ਉਸ ਨੂੰ ਦੇਣਾ ਕਰਕੇ ਗਿਨੇਗਾ ਵੀ ਨਹੀਂ, ਕਹੇਗਾ ਇਸ ਤੋਂ ਚੰਗਾ ਹੈ ਕਿ ਆਪਣੇ ਕੋਲ ਹੀ ਰੱਖ ਲੈ, ਕਿਉਂਕਿ ਬੁੜ-ਬੁੜਾ ਕਰ ਮੈਂ ਕਦੇ ਵੀ ਪਸੰਦ ਨਹੀਂ ਕਰਦਾ ਹਾਂ। ਤੀਜਾ ਹੈ ਅਸੀਂ ਉਦਾਰਤਾ ਦੇ ਨਾਲ ਦੇ। ਉਦਾਰਤਾ ਦਾ ਉਲਟ ਅਸੀਂ ਵੇਖੀਏ तो वो है कंजूस, जो आम एक इंसान का स्वभाव है, कंजूसी ना। असी देना एक सौखा काम नहीं है, पर परमेश्वर चाहता है जब असी देंदे उदारता दे नाल दे। कंजूस असी बिल्कुल भी ना रहिए। चौथा है जो चंगा है असी वो दे। कहने का मतलब एक उदाहरण दे, मेरे कोल 4-5 नोट हैं, ठीक है, मैं उस 4-5 नोट विचों केड़ा नोट सब तो वधिया है, केड़ा नोट सब तो नवा है, वो दे। कदे भी याद रखें फटा होया चिल्लर बचा कुचा देन वाले असी बिल्कुल भी ना रहे। याद रखे परमेश्वर नो असी दे रहे हाँ। तो सब तो वधिया, सब तो उत्तम है जो असी परमेश्वर दे लई देना चाहिदा है। मेरे अपने परिवार दे विच जद भी कोई नवा नोट आ जाता है तो सब तो पहला साडा ध्यान रहिंदा प्रभु दे लई इसनूं वखरा करना है करके। क्यों? प्रभु दे लई नवा नोट देण दे विच खुशी सगों हुंदी है। पंजवां असीं वेखदे हां कि बलिदानी तौर ते देना। साडा देना उस दे विच कदे कदे बलिदान भी होना चाहिदा है। उदाहरण के तौर पर मैं वेखता हाँ कि प्रभु के काम के लिए ये ज़रूरत है, तो मैं ये फैसला करता हाँ कि मैं ये चीज़ अपने लिए नहीं खरीदांगा, चाहे वो सूट होवे, चाहे वो कोई खाना होवे, ये मैं नहीं खरीदांगा, पर मैं वही पैसा बचा के प्रभु के लिए
देंगा। या मैं कहता मैं व्रत रख कर वो पैसा इकट्ठा करके मैं देंगा। वो बलिदानी तौर ते देना सगों हुंदा है। छठा असी वेखदे हां कि जद असी देंदे हां, याद रखो असी किसी इंसान या संस्था दे लई नहीं दे रहे हां, पर परमेश्वर दे काम लई असी दे रहे हां। ते वो विचार साडे मन विच रहना है। और जब देंदे हां तो किसी नूं दिखाउण लई असी नहीं दे रहे हां, या उस तरीके दे नाल भी नहीं देना चाहिदा है। प्रभु दा वचन सगों आखदा है साडा सज्जा हथ जो देंदा है, साडा खब्बा हथ भी ना जान ले कि की दे रहे हैं। कहण दा यह मतलब किसी नूं दिखाउण लई असी नहीं करना चाहिदा है। परमेश्वर नो असी दे रहे हां, परमेश्वर दे कम लई असी दे रहे हां। तो उस तरीके नाल तो उन कलीसिया दे विच लिफाफे सब भी हैं, और उस लिफाफे दे विच दशवांश दे बारे होर बाकी कुछ जो प्रण हुंदे हन उस दे बारे भी सब कुछ लिख कर अस दे सकते हैं। इन गल्लां दे बारे जिवें जिवें तुसी आओगे तुहानूं होर भी जानकारी मिलेगी। तो जब मैं इस लिफाफे दे बारे दस भी रहा हाँ तो शायद तुहाडे मन दे विच भी एक विचार आएगा, हुणी तो मैं ये कह के हटिया हाँ कि किसी नूं दिखांदे हुए नहीं देना चाहिदा है। मैं एक गल स्पष्ट करना चाहांगा क्यों असी लिफाफा भी रखिया है। एक है जवाबदेही रहन लई, दिखाउण लई नहीं पर जवाबदेही रहन लई। एक उदाहरण मैं तुहानूं दसदा हाँ। प्रण करदे हन कुछ चीज़ां दे लई, तो कदे कदे या मैं ये कह सकदा कई वारी लोकां नूं ये नहीं याद रहिंदा है कि असी किन्ने महीने अपना प्रण पूरा किता है। तो जेकर तुसी लिफाफा भर के दिओगे, साडे ऑफिस दे विच उसदा सारा रिकॉर्ड हुंदा है ते समा समा ते वो नोटिस बोर्ड ते लगाया जाता है कि तुसी इन्ने महीने दे दिता है, इन्ना तुहाडा बकाया है। पर सोच के वेखो जे वही बिना लिफाफे दे विच सीधा पा देंदे हो ते तुहानूं पता नहीं लगता किन्ने महीने तुसी दिता है, तो असी भी तुहानूं दस नहीं सकते। पर जे क्योंकि लिफाफे दे विच भर के देंदे हो तो सानूं पता लगता है। तो उदां ही दशवांश भी है, ओहदा भी एक जवाबदेही असी है कि मैं उसनूं दे रहा हाँ। कलीसिया दे विच सारी गल्लां दे बारे होर भी तुहानूं जानकारी मिलेगी। पर याद रखें खुशी दे नाल देन दा जो आदत असी अपने जीवन दे विच लेकर आए, क्योंकि यही चीज़ दिखाउंदा है कि मैं अपने पिता दी तरह, अपने स्वर्गीय पिता दी तरह बनना है। अपने अखां नूं बंद करदे हुए असी प्रार्थना करांगे। प्यारे स्वर्गीय पिता, मैं हर एक दे लई प्रार्थना करदा हाँ जो इस सिक्ख्या नूं सुन रहे हैं। परमेश्वर, अज दे दिन जो असी वेख्या कि खुशी दे नाल देना, ये एक आदत नूं अपने जीवन दे विच लेकर आना है। मेरी ये प्रार्थना है कि प्रभु हर एक इसका महत्व समझ सके और उसी तरीके दे नाल देन वाले रह सके। पवित्र आत्मा इन्हां नूं वो समझ, वो बुद्धि, वो ज्ञान इस विषय दे बारे देना, और इस नूं भी अपने जीवन दे विच एक आदत बना ले। और परमेश्वर तुहाडे दिल नूं असी प्रदर्शित करिए। क्यों? क्योंकि असी तुहाडे संतान हैं और तुसी साडे पिता हो। पवित्र आत्मा तुहाडा काम होवे हर एक दे जीवन विच। ये प्रार्थना यीशु दे नां ते असी करदे हां। सुन ते कबूल कर। आमीन। सारे नूं जय मसीह दी। प्रभु तुहानूं आशीष दे।